सन 46 ਦੇ ਵਿੱਚ ਮੈਂ ਤੇ ਮੇਰੇ ਵਾਲਿਦ ਸਾਹਿਬ ਉਹਨਾਂ ਦਿਨਾਂ 'ਚ ਮਸਜਿਦ ਦੀ ਮਰਹੂਮ ਸਰਦਾਰ ਸ਼ੌਕਤ ਹਯਾਤ ਉਦੋਂ ਵਜ਼ੀਰ ਆਲਾ ਸਨ ਤੇ ਉਹ ਇਹਦੀ ਮੁਰੰਮਤ ਕਰਾ ਰਹੇ ਸਨ। ਸ਼ਾਹੀ ਮਸਜਿਦ ਦੀ 11 ਲੱਖ ਰੁਪਈਆ ਮਨਜ਼ੂਰ ਹੋਇਆ, ਨਵੇਂ ਸਿਰੇ ਤੋਂ ਇਹਨੂੰ ਧੋਇਆ ਬਣਾਇਆ ਜਾ ਰਿਹਾ ਸੀ। 46 ਦੀ ਗੱਲ ਹੈ, 46 ਦੀ ਗੱਲ ਜੀ। ਕਾਇਦ ਆਜ਼ਮ ਗਰਮੀਆਂ ਦੇ ਦਿਨ ਤੇ ਤਸ਼ਰੀਫ ਲਿਆਏ। ਗਰਮੀਆਂ ਤੇ ਮੈਂ ਨਹੀਂ ਕਹਾਂਗਾ, ਸੁਕਤੇ ਜਿਹੇ ਦੇ ਦਿਨ ਸਨ ਕਿ ਬਾਹਰ ਜੁਮਾ ਆਏ। ਅੱਲਾਹ ਤਾਲਾ ਦੀ ਮਿਹਰਬਾਨੀ, ਮੈਂ ਵੀ ਮੇਰੇ ਵਾਲਿਦ ਸਾਹਿਬ ਵੀ ਪਿੰਡੋਂ ਆਏ ਤੇ ਮੈਂ ਉਦੋਂ ਰੇਸ਼ਮੀ ਸ਼ੇਰਵਾਨੀ ਪਾਈ ਸੀ ਗਲ 'ਚ। ਅੱਛਾ। ਤੇ ਸਿਰ ਤੇ ਮੈਂ ਇੱਕ ਰੁਮਾਲ ਬੱਧਾ ਹੈ। ਮੇਰੇ ਵਾਲਿਦ ਸਾਹਿਬ ਨੇ ਪੱਗ ਬੱਧੀ ਸਫੈਦ ਤੇ ਨਾਲ ਉਹਨਾਂ ਵੀ ਸ਼ਾਰਕ ਸਕਿਨ ਦੀ ਸ਼ੇਰਵਾਨੀ ਪਾਈ ਆ। ਅਸੀਂ ਪਿਓ ਪੁੱਤਰ ਖਲੋਤੇ ਆ। ਸਾਨੂੰ ਨਿੱਕੀਆਂ ਇੱਟਾਂ ਦਾ ਜਿਹੜਾ ਫਰਸ਼ ਪਹਿਲਾਂ ਹੁੰਦਾ ਸੀ ਬਾਦਸ਼ਾਹੀ ਮਸਜਿਦ ਦੇ ਸੇਨ 'ਚ, ਉੱਥੇ ਜਗ੍ਹਾ ਮਿਲੀ ਆ, ਦਰੀਆਂ ਨਹੀਂ ਲੱਭੀਆਂ। ਤੇ ਤਾਈਏ ਖਬਰ ਅਸੀਂ ਪਿਓ ਪੁੱਤਰ ਖਲੋਤੇ ਆ ਤੇ ਅੱਲਾ ਜਦੋਂ ਸਕੀਨ ਮੇਰੇ ਵਰਗੇ ਤੇ ਸਾਡੇ ਦੋ ਪਿਓ ਪੁੱਤਰਾਂ ਦੇ ਵਿੱਚ ਕਾਇਦੇ ਆਜ਼ਮ ਆ ਕੇ ਖਲੋ ਗਏ। ਵਾਹ ਜੀ ਵਾਹ। ਨਸਵਾਰੀ ਰੰਗ ਦੀ ਟੋਪੀ ਪਾਈ ਆ, ਕਰਾਕੁੱਲੀ ਤੇ ਇਸੇ ਤਰ੍ਹਾਂ ਰੇਸ਼ਮੀ ਸਫੈਦ ਮੋਸਕੀ ਜਿਹੇ ਦੇ ਰੰਗ ਦੀ ਸ਼ੇਰਵਾਨੀ ਪਾਈ ਉਹਨਾਂ ਤੇ ਸਫੈਦ ਪਜਾਮਾ ਨੇ, ਇੰਜ ਕਰਕੇ ਸ਼ੇਰ ਬੱਬਰ ਵਰਗਾ ਚਿਹਰਾ। ਜਿਸਲੇ ਮੈਂ ਵੇਖਿਆ ਨਾ, ਯਕੀਨ ਕਰਿਓ ਮਲਕ ਸਾਹਿਬ, ਮੇਰੇ ਖੁਸ਼ੀ ਨਾਲ ਹੱਥ ਪੈਰ ਫੁੱਲ ਗਿਆ, ਮੇਰੇ ਲੂਹ ਕੰਡੇ ਖੜੇ ਹੋ ਗਏ। ਮੈਂ ਕੁਛ ਨਾ ਕਰ ਸਕਿਆ, ਮੈਂ ਬਟਨ ਵੀ ਤੋੜ ਲਿਆ ਸ਼ੇਰਵਾਨੀ ਦਾ ਛੇਤੀ ਨਾਲ, ਉਹ ਜਿਹੜਾ ਹੁੱਕ ਜਿਹਾ ਲੱਗਾ ਹੁੰਦਾ, ਮੈਂ ਛੇਤੀ ਨਾਲ ਸ਼ੇਰਵਾਨੀ ਲਾ ਕੇ ਤੇ ਥੱਲੇ ਵਿਛਾਤੀ। ਮੇਰੀ ਅਗਰ ਉਹਲੇ ਖੱਲ ਲੈ ਸਕਦੀ ਨਾ ਤੇ ਮੇਰਾ ਤੇ ਦਿਲ ਕਰਦਾ ਸੀ ਉਹ ਲਾ ਕੇ ਮੈਂ ਵਿਛਾਵਾਂ। ਇਹ ਸਰਦਾਰ ਅੱਗੇ, ਇਸ ਮਲਾਹ ਅੱਗੇ ਜਿਹਨੇ ਮੇਰੀ ਬੇੜੀ ਪਾਰ ਖੜਨੀ ਹੈ, ਮੌਲਾ ਕਰੀਮ ਦੇ ਹੁਕਮ ਨਾਲ। ਐਸਾ ਨਾ ਖੁਦਾ ਮਿਲਿਆ ਜਿਨੇ ਬੜਿਆਂ ਤੂਫਾਨਾਂ ਦੇ ਵਿੱਚੋਂ ਬਚਾ ਕੇ ਸਾਬਤ ਬੇੜੀ ਸਣੇ ਮੁਹਾਣੇ ਲੈ ਕੇ ਤੇ ਅੱਪੜ ਗਿਆ। ਤੇ ਜਿਹੜੇ ਮੈਂ ਸ਼ੇਰਵਾਨੀ ਵਿਛਾਈ ਤੇ ਮੈਨੂੰ ਐਂ ਥਾਪੀ ਦੇ ਕੇ, ਮੈਨੂੰ ਹੱਥ ਐ ਮਲੂਮ ਹੁੰਦਾ ਜੀ ਹੁਣ ਤੱਕ ਮੇਰੇ ਮਗਰੇ ਹੋ ਹੱਥ, ਤੇ ਮੈਨੂੰ ਐਂ ਥਾਪੀ ਦੇ ਕੇ ਮੈਨੂੰ ਕਹਿਣਗੇ ਬੇਟਾ ਇਹ ਸਭ ਕੇ लिए एक सी है, उठा लो जी। ਮੇਰੀ ਮਜਾਲ ਨਾ ਪਈ ਮੈਂ ਜ਼ਿੱਦ ਕਰਾਂ ਤੇ ਮੈਂ ਉਹਨਾਂ ਦਾ ਹੱਥ ਚੁੰਮਿਆ, ਖੱਬਾ ਹੱਥ ਚੁੰਮਿਆ ਮੈਂ ਜੀ, ਖੱਬਾ ਹੱਥ ਚੁੰਮਿਆ, ਸੱਜਾ ਮੇਰੇ ਵਾਲਿਦ ਨੇ ਫੜ ਲਿਆ ਸੀ ਦੋ ਹੱਥਾਂ ਨਾਲ ਉਹਨਾਂ ਦਾ ਹੱਥ। ਔਰ ਇਹ ਸਾਦਤ ਹੁਣ ਤੱਕ ਮੈਨੂੰ, ਮੇਰੇ ਆ ਲੂਹ ਕੰਡੇ ਖੜੇ ਹੋ ਜਾਂਦੇ ਜਿਹੜੇ ਮੈਨੂੰ ਇਹ ਵਕਤ ਯਾਦ ਆਉਂਦਾ, ਸਨ 46 ਦਾ। ਨਿਜ਼ਾਮਦੀਨ ਜੀ, ਇਹ ਤੁਹਾਡੀ ਇਸ ਗੱਲ ਤੋਂ ਮੈਨੂੰ ਇਹ ਪਤਾ ਲੱਗਦਾ ਜੀ ਕਿ ਜਿਸ ਤਰ੍ਹਾਂ ਤੁਸੀਂ ਜਿਸ ਜਜ਼ਬੇ ਦਾ ਇਜ਼ਹਾਰ ਕੀਤਾ ਉਸ ਵੇਲੇ ਕਾਇਦ ਆਜ਼ਮ ਹੋਰਾਂ ਨੂੰ ਵੇਖ ਕੇ, ਮੈਂ ਕਹਿੰਦਾ ਕਿ ਪੂਰੀ ਕੌਮ ਦੇ ਜਜ਼ਬੇ ਦਾ ਪਤਾ ਲੱਗਦਾ ਕਿ ਉਸ ਵੇਲੇ ਕੀ ਜਜ਼ਬਾ ਸੀ ਕੌਮ ਦਾ। ਔਰ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਕਿ ਕਾਇਦ ਆਜ਼ਮ ਮੰਨਿਆ ਔਰ ਜਿਸ ਤਰ੍ਹਾਂ ਉਹਨਾਂ ਦੇ ਪਿੱਛੇ ਲੱਗ ਕੇ ਟੁਰੇ, ਜਜ਼ਬੇ ਦੀ ਮੈਂ ਤੁਹਾਨੂੰ ਅਰਜ਼ ਕਰਦੀ ਹਾਂ। ਮੈਨੂੰ ਸਿੱਧੀ ਜੀ ਗੱਲ ਹੈ ਕਿ ਸਾਡੇ ਤਹਿਸੀਲ ਤਰਨਤਾਰਨ ਦੇ ਹਲਕੇ ਦੇ ਵਿੱਚ ਚੌਧਰੀ ਫਕੀਰ ਹੁਸੈਨ ਤੇ ਮੁਹੰਮਦ ਅਕਰਮ ਦੋ ਆਦਮੀ ਖਲੋਤੇ, ਯੂਨੀਨਿਸਟ ਤੇ ਮੁਸਲਿਮ ਲੀਗ ਦਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ LP ਐਡੀਸਨ ਸੀ ਉਸ ਵੇਲੇ। ਅੱਛਾ। ਬਿਲਕੁਲ ਮੇਰੀ ਉਮਰ ਦਾ ਛੋਰ ਜਵਾਨ ਮੁੰਡਾ ਤੇ ਮੇਰੇ ਨਾਲ ਉਹਦਾ ਬੜਾ ਪਿਆਰ। ਮੈਨੂੰ ਉਹਨੇ ਸਪੈਸ਼ਲੀ ਇੱਕ ਚਿੱਠੀ ਲਿਖ ਕੇ ਤਹਿਸੀਲਦਾਰ ਦੇ ਹੱਥ ਭੇਜੀ ਕਿ ਸੁਲਤਾਨ ਤੂੰ ਆਪਣਾ ਵੋਟ ਮੁਸਲਿਮ ਲੀਗ ਨੂੰ ਨਾ ਦੇਵੀਂ, ਹੋਰ ਭਾਵੇਂ ਸਾਰਾ ਜਾਨ ਦੇ ਦੇ, ਤੂੰ ਅਗਰ ਵੋਟ ਦਿੱਤਾ ਤੇ ਮੈਨੂੰ ਤੇਰੇ ਤੇ ਗਿਲਾ ਰਹੇਗਾ। ਅੱਛਾ। ਇਹ ਮੈਂ ਈਮਾਨ ਸਲਾਮਤੀ ਦੀ ਗੱਲ ਪਿਆ ਕਰਨਾ। ਮੈਂ ਉਹਨੂੰ ਜਵਾਬ ਦਿੱਤਾ, ਸਾਹਿਬ ਦੁਨੀਆ ਦੇ ਵਿੱਚ ਸਭ ਕੁਝ ਛੱਡਿਆ ਜਾ ਸਕਦਾ ਹੈ ਲੇਕਿਨ ਆਪਣਾ ਧਰਮ ਤੇ ਈਮਾਨ ਤੇ ਅਕੀਦਾ ਨਹੀਂ ਛੱਡਿਆ ਜਾ ਸਕਦਾ। ਮੈਂ ਕਿਹਾ ਮੁਸਾਫਰਾਂ ਮਸੀਤਾਂ ਲਿੰਬੀਆਂ ਨਹੀਂ, ਸਾਡੀ ਮਸੀਤ ਤੇ ਅਸਾਂ ਲਿੰਬੜੀਆਂ ਜੇ ਕਿਤੋਂ ਚੋਂਦੀ ਹੋਈ, ਤੇਰਾ ਮੇਰਾ ਜਨਾਨਾ ਵੱਖਰਾ ਰਿਹਾ ਹੈ, ਪਰ ਮੈਂ ਵਲਦੀਅਤ ਤੇ ਉਹ ਹੀ ਲਿਖਾਂਗਾ ਨਾ ਜਿਹੜੀ ਮੇਰੀ ਹੈ। ਵਾਹ ਜੀ ਵਾਹ, ਕੀ ਬਾਤ ਹੈ ਜੀ। ਤੇ ਉਹ ਜੀ ਜਜ਼ਬੇ ਦੀ ਗੱਲ, ਇਹ ਉਦੋਂ ਦੇ ਜਜ਼ਬੇ ਅਹਿਮਦ ਰਜ਼ਾ ਸਾਹਿਬ ਨੇ ਕਿਹਾ ਇਹ ਪੂਰੀ ਕੌਮ ਦਾ ਜਜ਼ਬਾ, ਉਸ ਲਈ ਪੂਰੀ ਕੌਮ ਦਾ ਦਿਲ ਦਾ ਇਹ ਜਜ਼ਬਾ ਸੀ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਚੰਮ ਵੀ ਹੁੰਦਾ ਤੇ ਮੈਂ ਉਹਨਾਂ ਦੇ ਅੱਗੇ ਵਿਛਾ ਦਿੰਦਾ ਸ਼ੇਰਵਾਨੀ ਤੇ ਕੋਈ ਲੱਜੀ ਆ, ਮੇਰਾ ਦਿਲ ਕਰਦਾ ਸੀ ਕਿ ਮੈਨੂੰ ਐ ਲੱਗੇ ਮੈਂ ਆਪਣੀ ਖੱਲ ਲਾ ਕੇ ਗਲੀਚੇ ਦੇ ਤੌਰ ਆਪਣੇ ਇਸ ਰਾਹਨੁਮਾ ਦੇ ਕਦਮਾਂ ਦੇ ਵਿੱਚ ਵਿਛਾ ਲਿਆ। ਤੁਹਾਡੀ ਖੁਸ਼ਕਿਸਮਤੀ ਹੈ ਨਿਜ਼ਾਮਦੀਨ ਜੀ, ਸਾਨੂੰ ਤੇ ਮੌਕਾ ਨਹੀਂ ਮਿਲਿਆ ਜ਼ਿੰਦਗੀ 'ਚ। ਬਹਰਾਲ ਅਸੀਂ ਵੀ ਜੀ ਇੰਨੇ ਨੇੜੇ ਨਹੀਂ, ਬਹਰਾਲ ਜਿੰਨੀ ਦੂਰ ਤੋਂ ਵੀ ਉਹਨਾਂ ਨੂੰ ਵੇਖਿਆ ਤੇ ਇੱਕ ਅਜੀਬ ਜੀ ਕੈਫੀਅਤ ਉੱਤੇ ਤਾਰੀ ਹੋ ਜਾਂਦੀ। ਇਸੇ ਤਰ੍ਹਾਂ ਜਿਸਲੇ ਅਸੀਂ ਸਵੇਰੇ ਉੱਠੇ ਆ ਤੇ ਸਾਨੂੰ ਪਤਾ ਲੱਗਾ ਕਿ ਅਲਾਮਾ ਇਕਬਾਲ ਵਸਾਲ ਫਰਮਾ ਗਏ ਨੇ, ਮੈਂ ਕਹਿੰਦਾ ਮਲਕ ਸਾਹਿਬ ਅਸੀਂ ਸਿੱਧੇ ਭੱਜੇ ਆ। ਮੈਂ ਉਸਲੇ ਸਿੱਧੇ ਸਟੇਸ਼ਨ ਤੋਂ ਉਤਰ ਕੇ ਤੇ ਅਸੀਂ ਭੱਜੇ ਆ। ਸਾਨੂੰ ਐ ਮਾਲੂਮ ਹੋ ਗਿਆ ਜੀ ਕੋਈ ਸਾਡਾ ਪਿਓ ਮਰ ਜਾਂਦਾ। ਸਹੀ ਗੱਲ ਮੈਂ ਤੁਹਾਨੂੰ ਦੱਸਣਾ, ਇਹ ਸਾਡੇ ਪਿਓ ਹੀ ਸਨ ਜੀ, ਕਿ ਸਾਡੇ ਪਿਓ ਬਜਾ ਹੋਏ ਸਨ ਜੀ। ਪਿਓ ਕੀ ਚੀਜ਼ ਹੁੰਦੀ ਹੈ ਇਹ ਤੇ ਸਿਆਣਿਆ। ਮੈਨੂੰ ਆਪਣੇ ਵਾਲਿਦ ਸਾਹਿਬ ਦੀ ਗੱਲ ਯਾਦ ਏ ਕਿ ਬੜੇ ਬਿਮਾਰ ਹੋਏ ਤੇ ਮੈਂ ਗਿਆ ਤੇ ਜਾ ਕੇ ਜੱਫੀ ਪਾ ਕੇ ਰੋਣ ਲੱਗ ਪਿਆ। ਮੈਂ ਕਿਹਾ ਇੰਜ ਤੇ ਮੈਨੂੰ ਹੌਸਲਾ ਦਿੱਤਾ, ਕਹਿਣਗੇ ਯਾਰ ਤੂੰ ਤੇ ਐ ਰੋਣਾ ਜੀ, ਤੂੰ ਮੈਨੂੰ ਘਰ ਹੀ ਰੱਖ ਲੈਣ ਵੀ ਮੈਂ ਚਲਿਆ ਜਾਣਾ, ਤੇਰਾ ਮੇਰਾ ਇਹੋ ਹੀ ਸੌਦਾ ਹੋਇਆ, ਮੈਂ ਤੈਨੂੰ ਕੁੰਜੀ ਦੇ ਦੇਣੀ ਹੈ, ਮੇਰਾ ਪਿਓ ਮੈਨੂੰ ਦੇ ਗਿਆ, ਤੂੰ ਗਾਂ ਦੇ ਆਵੀਂ। ਇਹ ਤੇ ਚੱਲਦੇ ਰਹਿਣਾ। ਅੱਛਾ। ਤੇ ਮੈਨੂੰ ਕਹਿਣਗੇ ਜਿਹੜਾ ਤੂੰ ਮੈਂ ਬਹਿ ਕੇ ਸ਼ਤਰੰਜ ਖੇਡਣੀ ਇਹਦੇ ਤੂੰ ਕਿਸੇ ਦਿਨ ਹਾਰ ਹੀ ਜਾਣਾ।
ਤੇ ਮੈਂ ਰੋ ਪਿਆ। ਮੈਂ ਕਿਹਾ ਹੋ ਸਕਦਾ, ਜਿਲੇ ਹੋ ਸਕਦਾ ਮੇਰੇ ਮੂੰਹ ਨਿਕਲਿਆ ਤੇ ਬੜੇ ਸਾਹਿਬ ਨਜ਼ਰ ਔਰ ਇਦਰਾਕ ਤਬੀਅਤ ਦੇ ਵਿੱਚ ਬੜਾ ਸੀ ਮੇਰੇ ਵਾਲਿਦ ਸਾਹਿਬ, ਬੜੇ ਜ਼ੀਰਕ ਆਦਮੀ। ਮੈਨੂੰ ਸਭ ਕੁਝ ਹੈ ਜਿਹੜਾ ਮਜਲਸੀ ਇਲਮ ਮਿਲਿਆ ਨਾ ਬਾਪ ਕੋਲੋਂ ਮਿਲਿਆ। ਬਿਲਕੁਲ ਠੀਕ। ਕਿਸੇ ਬੰਦੇ ਨੂੰ ਇਹ ਫਖਰ ਹਾਸਲ ਨਹੀਂ ਕਿ ਮੈਂ ਉਹਦਾ ਸ਼ਾਗਿਰਦ ਹੋਇਆ ਹਾਂ। ਵਾਹ ਵਾਹ ਮਾਸ਼ਾਅੱਲਾ। ਹਕੀਕਤ ਮੈਂ ਤੁਹਾਨੂੰ ਦੱਸਣਾ, ਮੈਨੂੰ 13 ਸਾਲ ਮੈਂ ਪੰਜਾਬੀ ਪੜ੍ਹੀ ਆ। ਮੇਰੇ ਵਾਲਿਦ ਸਾਹਿਬ ਦੇ ਜ਼ਿਹਨ 'ਚ ਇਹ ਸੀ 2-2 ਹਜ਼ਾਰ ਆਪ ਨੂੰ ਜ਼ਬਾਨੀ ਸ਼ੇਰ ਯਾਦ ਸਨ ਜੀ। ਇੰਨੇ ਸਾਹਿਬ ਇਦਰਾਕ ਸਨ। ਮੇਰੇ ਮੂੰਹ ਅੱਗੇ ਹੱਥ ਰੱਖਤਾ, ਮੈਨੂੰ ਕਹਿਣਗੇ ਸੁਲਤਾਨ 100 ਪਿਓ ਰਲ ਕੇ ਇੱਕ ਪੁੱਤਰ ਦਾ ਮਰਨਾ ਨਹੀਂ ਚੱਲ ਸਕਦੇ। 100 ਪਿਓ ਕਦੀ ਰਲ ਜਾਏ ਨਾ, ਇੱਕ ਪੁੱਤਰ ਦਾ ਮਰਨਾ ਨਹੀਂ ਚੱਲ ਸਕਦੇ। ਇੱਕ ਪੁੱਤਰ 100 ਪਿਓ ਦਾ ਮਰਨਾ ਚੱਲ ਸਕਦਾ। ਵਾਹ ਵਾਹ, ਇਹ ਤੂੰ ਕੀ ਗੱਲ ਕੀਤੀ ਹੈ? ਨਹੀਂ ਨਹੀਂ ਨਹੀਂ, ਤੇਰੇ ਕੋਲ ਹਜ਼ਰਤ ਨੂਹ ਦਾ ਕਿੱਸਾ ਸਾਹਮਣੇ, ਤੇਰੇ ਕੋਲ ਹਜ਼ਰਤ ਯਾਕੂਬ अलैहिस्सलाम ਦਾ किस्सा सामने जी, तेरे कोल हजरत इब्राहिम हजरत इस्माइल का किस्सा सामने। ऐसा अजीम बाप बन के मैनू मरन दे की करन दे है। तो मैं जिंदगी दे सबक वेखो जी जिन्ना ले हुण जिन्ना बंदियां कोलों उन्हां नूं कौन भुलदा जी बात। बिल्कुल ठीक है जी। अल्लामा इकबाल होना दी, हां अल्लामा इकबाल दे जिसले उत्थे पहुंचे है ना जी, सानू इस करके कि उदों अपना मियां सलाउद्दीन साहब जिहड़े ने ना उन्हां दे दामाद, उन्हां दी वसातत दे नाल तोड़ तक जाण दा सानू फखर हासिल हो गया। और असां हजूर दे अलामा इकबाल साहब दे हत्थां नूं, मैयत नूं हत्थ, उन्हां दे पैरां नूं अकीदत नाल हत्थ लाया, वेखिया। कंधा देना ते नहीं नसीब होया क्योंकि इन्ना भीड़ सी कि साडे वर्गे मुंडे खुंडे जिहड़े उन्हां दी उत्थे जा कोई नहीं सी। ऐ नहीं कोई खुदा न खास्ता कि उत्थे इस नहीं खलकत खुदा दी इन्नी सी। कोई जनाजे लाहौर च निकले ने, एक इल्मुद्दीन शहीद दा जी है ते एक अलामा इकबाल साहब दा। एडा जनाजा तो दुनिया ते हो ही नहीं ना सकता जी जी। इन्ने अजीम आदमी कितने पैदा होंदे ने, बड़ी मुश्किल, बड़िया चिरां पिछों के जी, बड़िया चिरां पिछों। और 100-100 साल लगदा, सदियां दे विच इन्ने बंदे बच के ते ये जमदे ने। हर एक बंदे दा उंज ते वैसे मकाम हुंदा है ना। अच्छा वो फिर उत्थे ही आइए रेडियो दी जिंदगी वाले। फिर तुसीं फरमा रहे सो ना कि जिसले पाकिस्तान बनिया, हां जी पाकिस्तान बनिया ते हमदानी साहब रात नूं अनाउंसर सन 12 बजे जिसले पूरे होए ने ना जी हां, ते मैं ते शेख रहीम जी उसले बैठे हैं दोवें नाल, मेरे तफैल फारूकी साहब भी सन रात जी। अब्दुल अजीज एंड पार्टी उसले आए ने, वो जेडे अपना सैफुल मलूक दे वो बोल गाउंदे हुंदे ने हैं जी। उसले फिर 12 बजे पूरे फिर आवाज कटकी है हमदानी दी कि आपको पाकिस्तान मुबारक हो। हकीकत है मलक साहब, मैं हकीकत तुहाडे दिल बयान करना कि मेरा उसले खुशी दे नाल ये हाल सी। मठियाई मैं लैके आंदी सी, 2 रुपये सेर उदों मठियाई मिलदी हुंदी सी, पेड़े लियादे। मैं प्रोग्राम दे विच सारियां दे मूंह च एक पेड़ा दिता, कईयां दा पप पप गल्लां निकलियां, लोकां ने सगों बड़ा मजा लिता होना इस गल ते। मैं आख्या आ देखो मौला करीम जिसले मेहरबानी करता है इस तरह कीता सुजी को हजूर पाक सरवरे कायनात महराज ते तशरीफ लै गए ने। अज ओदा नाम लैण वालियां दा महराज 12 बजे होण दिया। सुभान अल्लाह, वाह जी वाह। उसले मेरी जिंदगी दा महराज सी। तो मैनू हर पास्यों तस्कीन है कि मैं मुल्क दे इत्थे बह के रेडियो दी जिंदगी दे मैनू अज तक दिल च तस्कीन है ला इलाहा इल्लल्लाह मुहम्मद रसूलुल्लाह। मैं कदी अपनी जाती फायदे वास्ते कोई प्रोग्राम नहीं कीता। मेरे जदों ज़हन च आउंदा मैं ना इहदे विच कौम दी अगर बेहतरी हुंदी है। पिछे जी गल जी, एक वजीर साहब ने बुलाया, मैनू नहीं पता, उन्हें बुलाया कि जी वजीर साहब तुहानू बुला रहे हैं। मैं कहा भी मैं तो उन्होंने जानता नहीं, वो कौन ने? कहने कि यूं ना बुलाया। खैर मैं गया सलाम किया क्योंकि साडे रहनुमा होए अगे जो ते उन्हें मैनू आख्या कि भाई बहुत अच्छा आपने प्रोग्राम किया है, हमारे इन काम के मुतल्लिक आपने बताया। मैं सर हजूर मैं तो तुहानू जानता ही नहीं जनाब, ते ना मैनू ये पता है, मैं ते काम होया वेखिया ते वो मैं दसिया, वो मैं अपनी ड्यूटी समझी। जी को मौलाना मौलवी साहब तशरीफ लियाउंदे ने मस्जिद च ते मुअज्जिन आंदा हय्या अल सलाह व हय्या अल फलाह। वो नमाजी कोई आवे या ना आवे, ओदा काम है अजान देना ते अल्लाह ताला दा पैगाम पहुंचाना, सज्जे भी ते खब्बे भी। मैं कहा जनाब मैं ते इस ड्यूटी ते जाना।